वाहिगुरु साहिब जियो। एक ओंकार सतनाम करता पुरख निरभउ निर्वैर अकाल मूरत अजूनी सेवं गुर प्रसाद। वाहिगुरु 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 जी का खालसा वाहिगुरु जी की फतेह। गुरु प्यारी गुरु दी साजी निवाजी परम सत्कारयुक्त सात संगत जियो। धन धन गुरु महाराज जिन्हां दी बख्शिश सदका रहमत सदका सरल मिलके गुरु दी इलाही बानी जड़ी की शिरोमणि भगत भगत कबीर साहब दी पावन रचना तो उच्चारण की गई है। गुरु ग्रंथ साहिब जी महाराज दे पन्ना नंबर 1364 तो 1377 ते शुभाईमान है। गुरु पिता बख्शिश करन बानी दे इलाही विचारां वल चुकदियां होया दर्शन करदियां होया अंग संग सहाय होके होने वालियां भुल्लां तो बचाओ। अपनी विचारधारा दे दायरे विच रख के वो गल कटाओ। वहां ना छड्डन अपने दर कर दा कुकर बनाई रखन। गुरु पिता जानी जान रल मिलके इलाही बानी भगत कबीर जी दे सलोकां दे दर्शन करिए, समझन दा जतन करिए, लाहा लैन दा जतन करिए। भगत कबीर जी दे पिछले सलोकां दे दर्शन करदियां होया पिछे 5 सलोकां दे पिछली क्लास विच आपां रल मिल के दर्शन कीते सन। दर्शन करदियां होया भगत जी ने सानू बड़ी विवेकी नाल दृढ़ कराया कि हर नाम दा सिमरन मनुख वास्ते सुख दा असल साधन है। सिमरन भाव ओदी याद, ओदा प्यार, ओदे गुण जिहड़े जीवन नू निर्मल करदे ने, जिस दी बरकत नाल उस प्रभु नाल मिला हुंदा है। ते ए जिहड़े गुण प्यार सिमरन दी जिहड़ी बख्शिश है वो केवल ते केवल मैसेज आया जी, लाइट वो जला दो, मेहरबानी जी। ये सिमरन जिहड़ा है ये गुरु दे शरण विच आके आपा गवा के ही मिलता है। आपा गवा के गुरु की सेवा गुरु के सिमरन नाल जुड़ के ही उस प्रभु नाल मिलाप हो सकता है। गुरु पिता बख्शिश करन बार बार बानी विच ओंकार तो लैके तनमन थी हरिया तक साडे ते बख्शिश करते ने, सानू समझाउंदे ने कि सिमरन दी बख्शिश सिमरन दी बरकत सदका ही ये जीवन अपनी अपने असले दी पछाण करता है, भाव उस प्रभु नाल प्रभु दी पछाण करता है, क्योंकि है ते ओदा ही अंश ना। ते कबीर साहब कहंदे ने कि ओदे सिमरन नाल ओदा सिमरन जीवन दे असली मनोरथ नूं दे नेड़े लिआउंदा है। और सिमरन की है? जिस मनुख दे अंदर ओदा सिमरन वस जाए, ओदा प्यार वस जाए, ओदा ओदे गुण वस जान, वही असली भगत है, वही असली भगती है। बिल्कुल कीते भगत ना होए। ते कबीर साहब कहंदे ने मेरे हिरदे घर विच जद तो भगती जद तो प्यार वसिया है जद तो ओदा प्यार ओदे गुण मेरी रसना ते वसे ने
तद तो मेरे जीवन ਵਿੱਚ ਖੇੜਾ ਆ ਗਿਆ ਹੈ। ਇਹ ਉਹ ਸਿਮਰਨ ਹੈ ਜਿਹੜੇ ਜਦ ਤੋਂ ਸ੍ਰਿਸ਼ਟੀ ਬਣੀ ਹੈ ਤਦ ਤੋਂ ਸਾਰੇ ਭਗਤ ਉਸ ਸਿਮਰਨ ਦੀ ਬਰਕਤ ਕਾਰਨ ਉਸ ਪ੍ਰਭੂ ਨਾਲ ਪਿਆਰ ਬਣਾਉਂਦੇ ਨੇ। ਉਹੀ ਸਿਮਰਨ ਮੈਂ ਕਰ ਰਿਹਾ ਹਾਂ, ਭਾਵ ਉਹਦੇ ਗੁਣ ਧਾਰਨ ਕਰ ਰਿਹਾ ਹਾਂ, ਜਿਹੜਾ 8 ਪਹਿਰ ਮੇਰੇ ਜੀਵਨ ਨੂੰ, ਮੇਰੇ ਬਚਨਾਂ ਨੂੰ, ਮੇਰੇ ਕਰਮਾਂ ਨੂੰ ਸਵਾਰ ਰਿਹਾ ਹੈ। ਪ੍ਰਭੂ ਦੀ ਯਾਦ ਮਨ ਵਿੱਚ ਵਸਾਓ। ਕਬੀਰ ਸਾਹਿਬ ਨੇ ਆਪਣੀ ਜਾਤ ਭਾਵ ਉਹ ਅਖੋਤੀ ਵਰਨ ਵਨ ਨੂੰ ਟਕੋਰ ਦਿੰਦਿਆਂ ਹੋਇਆਂ ਪਿਛਲੇ ਸ਼ਲੋਕਾਂ ਵਿੱਚ ਛੱਡ ਕੇ ਬਖਸ਼ਿਸ਼ ਕੀਤੀ, ਸਾਨੂੰ ਸਮਝਾਇਆ ਕਿ ਉਸ ਪ੍ਰਭੂ ਦੇ ਨਾਲ ਪਿਆਰ ਬਣਾਉਣ ਲਈ ਕਿਸੇ ਊਚ ਨੀਚਤਾ ਦੀ ਕੋਈ ਹੋਂਦ ਨਹੀਂ, ਦੁਨਿਆਵੀ ਊਚ ਨੀਚ ਦੀ ਕੋਈ ਹੋਂਦ ਨਹੀਂ, ਚਾਹੇ ਕੋਈ ਜਿੰਨਾ ਵੀ ਧਨਾੜ ਹੋਏ, ਜਿੰਨਾ ਵੀ ਆਪਣੇ ਆਪ ਨੂੰ ਵੱਡਾ ਕਹਿੰਦਾ ਹੋਏ, ਜਿੰਨਾ ਵੀ ਅਖੋਤੀ ਵੱਡੀ ਜਾਤ ਵਾਲਾ ਹੋਏ, ਉਹਦੇ ਦਰ ਤੇ ਉਹਦੇ ਪਿਆਰ ਨੂੰ ਉਹੀ ਪ੍ਰਾਪਤ ਕਰਦਾ ਹੈ ਜਿਹੜਾ ਆਪਾ ਗਵਾ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਉਹਦੇ ਗੁਣ ਧਾਰਨ ਕਰਦਾ ਹੈ। ਜਿਹਦੇ ਵਿੱਚ ਉਹਦੇ ਗੁਣ ਨੇ ਉਹੀ ਵੱਡਾ ਹੈ, ਬਾਕੀ ਕੋਈ ਵੱਡਾ ਭਾਵ ਨੀਵੀਂ ਤੋਂ ਨੀਵੀਂ ਜਾਤ ਕੁਲ ਜਾਂ ਨੀਵੇਂ ਤੋਂ ਨੀਵਾਂ ਬੰਦਾ ਵੀ, ਚਾਹੇ ਉਹ ਅਨਪੜ੍ਹ ਹੋਏ, ਪਿੱਛੇ ਅਸੀਂ ਗੱਲ ਕੀਤੀ ਸੀ, ਗਰੀਬ ਹੋਏ, ਉਸ ਤੇ ਵੀ ਕੋਈ ਬੰਦਿਸ਼ ਨਹੀਂ। ਹੁਣ ਅਗਲੇ ਸ਼ਲੋਕਾਂ ਦੇ ਦਰਸ਼ਨ ਕਰਦੇ ਹਾਂ। ਕਬੀਰ ਸਾਹਿਬ ਸਾਡੇ ਤੇ ਬਖਸ਼ਿਸ਼ ਕਰਦੇ ਨੇ, ਸਾਨੂੰ ਸਮਝਾਉਂਦੇ ਨੇ, ਸਾਡੇ ਨਾਲ ਉਹ ਰੁਕਾਵਟਾਂ ਦੀ ਸਾਂਝ ਪਾਉਂਦੇ ਨੇ, ਉਨ ਵਿਕਾਰਾਂ ਦੀ ਸਾਂਝ ਪਾਉਂਦੇ ਨੇ ਜਿਨ੍ਹਾਂ ਕਾਰਨ ਪ੍ਰਭੂ ਮਿਲਾਪ ਨਹੀਂ ਹੋ ਸਕਦਾ। ਆਮ ਤੌਰ ਤੇ ਮਨੁੱਖਾ ਜੀਵਨ ਬਿਰਥਾ ਰਹਿ ਜਾਂਦਾ ਹੈ। ਅਸੀਂ ਧਰਮ ਕਰਮ ਵੀ ਕਰਦੇ ਹਾਂ, ਅਸੀਂ ਹੋਰ ਵੀ ਬਹੁਤ ਐਸੇ ਕਰਮ ਕਰਨੇ ਹਾਂ, ਚਾਹੇ ਉਹ ਜਗਿਆਸਾ ਦੇ ਅਧੀਨ ਹੁੰਦੇ ਨੇ, ਚਾਹੇ ਉਹ ਉਸ ਰੱਬੀ ਪਿਆਰ ਦੇ ਅਧੀਨ ਹੁੰਦੇ ਨੇ, ਪਰ ਕਈ ਵਾਰੀ ਅੰਦਰ ਦੇ ਵਿਕਾਰ ਉਸ ਪ੍ਰਭੂ ਮਿਲਾਪ ਦੇ ਵਿੱਚ ਇੱਕ ਵਿਤ ਪੈਦਾ ਕਰ ਦਿੰਦੇ ਹਨ, ਉਸ ਤੋਂ ਹੋਰ ਦੂਰੀ ਬਣਾ ਦਿੰਦੇ ਹਨ। ਅੱਜ ਕਬੀਰ ਸਾਹਿਬ ਨੇ ਸਾਨੂੰ ਸਾਡੇ ਤੇ ਬਖਸ਼ਿਸ਼ ਕਰਦਿਆਂ ਹੋਇਆਂ ਸਾਨੂੰ ਵਿਕਾਰਾਂ ਨਾਲ ਵਾਕਫੀਅਤ ਕਰਾਈ, ਸਾਡੇ ਤੇ ਬਖਸ਼ਿਸ਼ ਕੀਤੀ, ਸਾਨੂੰ ਸਮਝਾਇਆ। ਭਗਤ ਕਬੀਰ ਜੀ ਜਿਹੜੇ ਸੱਚ ਦੇ ਹੋਕਾ ਦੇਣ ਵਾਲੇ, ਸੱਚ ਲਿਖਣ ਵਾਲੇ, ਸੱਚ ਬੋਲਣ ਵਾਲੇ, ਸੱਚ ਤੇ ਪਹਿਰਾ ਦੇਣ ਵਾਲੇ, ਉਹਨਾਂ ਦਾ ਵਾ ਆਪਣੇ ਜੀਵਨ ਕਾਲ ਵਿੱਚ ਕਈ ਐਸੇ ਹੰਕਾਰੀਆਂ ਨਾਲ ਪਿਆ, ਐਸੇ ਹੋਮੇ ਦੇ ਭਰਿਆ ਨਾਲ ਪਿਆ, ਐਸੇ ਵਿਕਾਰਾਂ ਦੇ ਭਰਿਆ ਨਾਲ ਪਿਆ। ਤੇ ਜਦੋਂ ਅਸੀਂ ਭਗਤ ਕਬੀਰ ਜੀ ਦੇ ਜੀਵਨ ਦੇ ਦਰਸ਼ਨ ਕਰਦੇ ਹਾਂ, ਔਰ ਜੀਵਨ ਦੇ ਦਰਸ਼ਨ ਹੁੰਦੇ ਉਹਨਾਂ ਦੀ ਬਾਣੀ ਤੋਂ ਹੀ ਨੇ, ਤੇ ਉਹ ਰੱਬ ਦੇ ਹੁਕਮ ਤੇ ਚੱਲਣ ਵਾਲੇ, ਮਨ ਨੀਵਾਂ ਤੇ ਮਤ ਉੱਚੀ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਉਹ ਭਗਤ। ਅਸੀਂ ਦੇਖਦੇ ਹਾਂ ਲੋਕਾਈ ਨੇ ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੇ ਪੈਰਾਂ ਵਿੱਚ ਕਈ ਤਰ੍ਹਾਂ ਦੀ ਬੇੜੀਆਂ ਪਾਉਣ ਦੀ ਕੋਸ਼ਿਸ਼ ਕੀਤੀ, ਕਈ ਕੰਡੇ ਵਿਛਾਏ ਤਾਂ ਕਿ ਉਹ ਸੱਚ ਤੋਂ ਡਗਮਗਾ ਜਾਣ, ਪਰ ਉਹ ਡਗਮਗਾਏ ਨਹੀਂ। ਕਿਉਂ ਕਿੰਤੂ ਨਹੀਂ ਕੀਤਾ? ਕਿਉਂਕਿ ਉਹ ਇੱਕ ਨਿਰੰਕਾਰੀ ਸੋਚ ਵਾਲੇ ਭਗਤ ਸਨ। ਉਹਨਾਂ ਦਾ ਭਰੋਸਾ, ਉਹਨਾਂ ਦਾ ਸਿੱਧਾ ਕੇਵਲ ਤੇ ਕੇਵਲ ਅਕਾਲ ਪੁਰਖ ਤੇ ਸੀ। ਉਹਨਾਂ ਨੇ ਕਦੀ ਕਰਤਾਰ ਨੂੰ ਉਲਾਮਾ ਨਹੀਂ ਦਿੱਤਾ ਸਾਡੀ ਤਰ੍ਹਾਂ, ਕਦੀ ਹਾਰ ਨਹੀਂ ਮੰਨੀ, ਹਮੇਸ਼ਾ ਆਨੰਦ ਵਿੱਚ ਰਹੇ। ਇਹ ਗੱਲ ਕਰਨੀ ਇਸ ਲਈ ਜ਼ਰੂਰੀ ਹੈ ਕਿਉਂਕਿ ਅੱਜ ਜਿਹੜੇ ਸਲੋਕਾਂ ਦੇ ਅਸੀਂ ਦਰਸ਼ਨ ਕਰਨੇ ਨੇ, ਉਹਦੇ ਵਿੱਚ ਗੱਲ ਆਣੀ ਹੈ ਹੋਮੇ ਦੀ, ਉਹਦੇ ਵਿੱਚ ਗੱਲ ਆਣੀ ਹੈ ਆਨੰਦ ਦੀ। ਅਗਲੇ 5 ਸ਼ਲੋਕਾਂ ਵਿੱਚ ਅੱਜ ਅਸੀਂ 5 ਸ਼ਲੋਕਾਂ ਦੇ ਦਰਸ਼ਨ ਕਰਨੇ ਹਨ। ਇਸੇ ਗੱਲ ਦੀ ਪ੍ਰੇਰਣਾ ਹੈ, ਉਪਦੇਸ਼ ਬਖਸ਼ਿਆ ਹੈ ਕਬੀਰ ਸਾਹਿਬ ਨੇ ਕਿ ਬੰਦਿਆਂ ਹੋਮੇ ਜਿਹੜੀ ਹੈ ਨਾ, ਸਭ ਤੋਂ ਵੱਡੀ ਰੁਕਾਵਟ ਹੈ ਪ੍ਰਭੂ ਮਿਲਾਪ ਵਿੱਚ। ਹੋਮੇ ਦੇ ਅਧੀਨ, ਮਨ ਦੀ ਸਿਆਣਪਾ ਦੇ ਅਧੀਨ ਪ੍ਰਭੂ ਨਾਲ ਮਿਲਾਪ ਨਹੀਂ ਹੁੰਦਾ, ਨਿਰੰਕਾਰ ਨਹੀਂ ਮਿਲਦਾ। ਹੰਕਾਰ ਕੀਤਿਆਂ ਦੁਨਿਆਵੀ ਖੁਸ਼ੀ ਜਾਂ ਇੱਜ਼ਤ ਨਹੀਂ ਮਿਲਦੀ। ਨਮਰਤਾ ਤੇ ਨਿਰਵਾਨਤਾ ਹੀ ਗੁਰਮੁਖ ਦਾ
गुरमुख के जीवन की जुगत है। गुरमुख के जीवन का वो गहना है, वो गुण है जिस राही वो प्रभु की पछाण करता है। पंज श्लोकां विच भगत कबीर साहब ने साडे ते बख्शिश की, पूरे मनुख मात्र नूं उपदेश बख्शिया कि प्रभु का नाम सिमर के जिस मनुख के अंदर होमे मुकदी है, हंकार मुकदा है। कल भी गल, परसों भी गल हुई सी हंकार बारे। उसके सारे ज्ञान इंद्रे जिहड़े ने उसके मन के अधीन तुर के, भाव सुधरे हुए धोते हुए मन, वो होमे तो वांझे मन दे नाल टुर के उस प्रभु दे नाल प्यार विच रंगिया जाता है, रंगे जाते हैं। उसनों आपे पहले होमे दे अधीन केवल ते केवल अपने ही गुण नजर आते सन, पर जिवें जिवें अंदरों होमे तो छुटकारा मिलिया, अंदरों होमे मारी गई, जीवन ने तरतीब लेती, गुरु की कृपा का पात्र बनिया, उदा उदा दूजिया दे गुण भी नजर आन लग गए, पछाण होने लग पई, दूजिया विच उस प्रभु की पछाण होने लग पई ते गुना दे राही लुकाई दे गुना दे अगे अपने गुण बड़े तुच्छ लगने लग पए। पर ये सारी बरकत गुरु दर तो नसीब होंदी है, गुरु के प्यार तो नसीब होंदी है, गुरु की शरण आके ही नसीब होंदी है। आओ दर्शन करिए पहले श्लोक विच ही कबीर साहब ने साडे ते बख्शिश की। एक एक करके पहले पाठ करांगे, नाल नाल विचारा करदिया होया समझण दा जतन करांगे। कब श्लोक नंबर 6वां। एक ओंकार सतगुर प्रसाद। कबीर जा दिन हो मुआ, पाछे भरिया आनंद, मोहे मिलियो प्रभ आपना, संगी भजै गोविंद। कबीर जा दिन हो मुआ, पाछे पया आनंद, मोह मिलियो प्रभ आपना, संगी भजे गोविंद। कमाल कबीर साहब बख्शिश करते ने। जा दिन, जिस दिन उस प्रभु की बंदगी करदिया होया, जिस दिन उदी सिफत सलाह विच जुड़दिया होया, उदे गुण गांदिया होया मेरे अंदरों होमे मुक गई, होमे मर गई। होम हुआ, जा दिन होम हुआ, मेरे अंदरों होमे मुक गई, होमे मर गई, पाछे पया आनंद। होमे दे मुकन नाल ही मेरे जीवन विच ओ आत्मक आनंद आके वस गया, ओ आत्मक अडोलता आके वस गई, ओ आत्मक सुख आके वस गया, जिस राही मैं जीवन की असली राह नूं पछाण सकिया, प्रभु की पछाण कर सकिया, जिसते बरकत नाल मोहे मिलियो प्रभ आपना, जिसकी बरकत नाल मैनू प्रभु की पछाण हुई, प्रभु का प्यार मिल गया, मैनू मेरा प्यारा मिल गया, मेरा प्रभु मिल गया। ते फिर होया कि जब अंदर प्रभु का वास हो गया, अंदर ओ आत्मक आनंद दा वासा हो गया, होमे मुक गई, तां फिर जिन्ने मेरे ज्ञान इंद्रे सन, जो मेरे मन दे पिछे टुरदे सन, वो भी उस गोबिंद दे भजन विच भिज गए, वो भी ओदे गुण गान लग पे, ओदी बंदगी विच लग गए, उन्हां दी भी रुचि उस प्रभु दे नाल जुड़ गई, ओदे दर्शन वल तुर पे। कबीर साहब इस श्लोक में 3 पक्ष सानू समझाते ने। पहली गल कीती जा दिन हो मुआ, जिस दिन भाव जद उसी प्रभु उस गुरु की शरण विच आया,
प्रभु ਨੂੰ ਚੇਤੇ ਕੀਤਾ, ਉਹਦੀ ਸਿਫਤ ਸਲਾਹ ਮਨ ਵਿੱਚ ਵਸ ਗਈ, ਉਹਦੀ ਕਿਰਪਾ ਹੋ ਗਈ। ਮੇਰੇ ਅੰਦਰੋਂ ਮੈਂ ਤੇਰ ਵਾਲਾ ਸੁਭਾਅ ਹੀ ਮੁੱਕ ਕੇ ਖਤਮ ਹੋ ਗਿਆ। ਮੇਰੀ ਆਪਣੀ ਹੋਂਦ ਮਾਨੋ ਖਤਮ ਹੀ ਹੋ ਗਈ। ਮੇਰੇ ਅੰਦਰੋਂ ਹਉਮੈ ਖਤਮ ਹੋ ਗਈ, ਕਿਉਂਕਿ ਹਉਮੈ ਸਭ ਤੋਂ ਵੱਡਾ ਰੋਗ ਹੈ। ਹਉਮੈ ਉਹ ਰੋਗ ਹੈ ਜਿਹੜਾ ਮਨੁੱਖ ਨੂੰ ਆਪਣੇ ਤੋਂ ਇਲਾਵਾ ਕਿਸੇ ਹੋਰ ਬਾਰੇ ਕੁਝ ਹੋਰ ਸੋਚਣ ਲਈ ਤਿਆਰ ਹੀ ਨਹੀਂ ਕਰਦਾ। ਉਹਨੂੰ ਹਰ ਵੇਲੇ ਆਪਣੇ ਬਾਰੇ ਹੀ, ਆਪਣੀ ਭੁੱਖ, ਆਪਣੀ ਤ੍ਰਿਸ਼ਨਾ, ਆਪਣਾ ਲੋਭ ਹੀ ਨਜ਼ਰ ਆਉਂਦਾ ਹੈ, ਆਪਣਾ ਸੰਸਾਰ ਹੀ ਨਜ਼ਰ ਆਉਂਦਾ ਹੈ। ਉਹਦੇ ਵਿੱਚ ਹੰਕਾਰ ਦਾ ਵਾਸਾ ਇੰਨਾ ਹੋ ਜਾਂਦਾ ਹੈ ਕਿ ਉਹਨੂੰ ਹਰ ਵਕਤ ਉਹ ਦੂਜਿਆਂ ਨੂੰ ਆਪਣੇ ਤੋਂ ਤੁੱਛ ਸਮਝਦਾ ਹੈ, ਦੂਜਿਆਂ ਨੂੰ ਆਪਣੇ ਅੱਗੇ ਕੁਝ ਸਮਝਦਾ ਹੀ ਨਹੀਂ। ਉਹ ਸਮਝਦਾ ਹੈ, ਉਹ ਕਹਿੰਦਾ ਹੈ ਕਿ ਜੋ ਮੈਂ ਕਰਦਾ ਉਹੀ ਠੀਕ, ਜੋ ਮੈਂ ਸੋਚਦਾ ਉਹੀ ਠੀਕ। ਅਸੀਂ ਪਰਸੋਂ ਵਿਚਾਰ ਕੀਤੇ ਸੀ ਆਸਾ ਕੀ ਵਾਰ ਵਿੱਚ ਹੀ ਦੂਜੀ ਪਾਤਸ਼ਾਹੀ ਜੀ ਦਾ ਸ਼ਲੋਕ ਆਇਆ ਸੀ, ਹਉਮੈ ਦਿਰਗ ਰੋਗ ਹੈ, ਵੱਡਾ ਰੋਗ ਹੈ, ਬਹੁਤ ਦਿਰਗ ਰੋਗ ਹੈ, ਪਰ दारू भी ਇਸ ਮਾਹੇ। ਇਹ ਨਹੀਂ ਕਿ ਲਾ ਇਲਾਜ ਹੈ, ਇਹਦਾ ਇਲਾਜ ਕੀ ਹੈ? ਇੱਥੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜਾ ਦਿਨ ਹੋ ਮੁਆ, ਉਹਦਾ ਸਿਮਰਨ ਕਰ ਕਰਕੇ ਜਿਸ ਦਿਨ ਮੇਰੇ ਅੰਦਰੋਂ ਹਉਮੈ ਮੁੱਕ ਗਈ। ਹੁਣ ਇੰਨਾ ਵੱਡਾ ਰੋਗ ਸੀ, ਮੈਂ ਉਸ ਰੋਗ ਤੋਂ, ਮੈਨੂੰ ਉਸ ਰੋਗ ਤੋਂ ਛੁਟਕਾਰਾ ਮਿਲ ਗਿਆ, ਮੈਂ ਅਰੋਗ ਹੋ ਗਿਆ। ਪਰ ਅਰੋਗਤਾ ਦਾ ਰਸਤਾ ਕੀ ਹੈ? ਬਾਣੀ ਵਿੱਚ ਗੁਰੂ ਪਿਤਾ ਸਾਡੇ ਤੇ ਬਖਸ਼ਿਸ਼ ਕਰਦੇ ਨੇ, ਹਉਮੈ ਦਿਰਗ ਰੋਗ ਹੈ, दारू भी इस माहे, ਕਿਰਪਾ ਕਰੇ ਜੇ ਆਪਣੀ, ਗੁਰ ਕਾ ਸ਼ਬਦ ਕਹੋ। ਜੇ ਉਹਦੀ ਕਿਰਪਾ ਹੋ ਜਾਏ, ਉਹਦੀ ਬਖਸ਼ਿਸ਼ ਹੋ ਜਾਏ, ਔਰ ਗੁਰੂ ਦਾ ਸ਼ਬਦ ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ। ਜੇ ਉਹਦੀ ਕਿਰਪਾ ਹੋ ਜਾਏ, ਉਹਦੀ ਬਖਸ਼ਿਸ਼ ਹੋ ਜਾਏ, ਔਰ ਅੰਦਰ ਉਹਦਾ ਗੁਰੂ ਦਾ ਸ਼ਬਦ ਘਰ ਕਰ ਜਾਏ। ਇੱਥੇ ਕਬੀਰ ਸਾਹਿਬ ਵੀ ਉਹੀ ਸਮਝਾ ਰਹੇ ਨੇ ਕਿ ਉਹਦੇ ਸ਼ਬਦ, ਉਹਦੇ ਗੁਣ ਅੰਦਰ, ਗੁਨਾ ਦੇ ਵਾਸਾ, ਗੁਨਾ ਦਾ ਵਾਸ ਹੋਣ ਕਾਰਨ, ਗੁਨਾ ਦੀ ਬਰਕਤ, ਉਹਦੇ ਪਿਆਰ ਦੀ ਬਰਕਤ, ਮੇਰੇ ਅੰਦਰ ਹਉਮੈ ਖਤਮ ਹੋ ਗਈ। ਔਰ ਜਿਹੜਾ ਆਤਮਕ ਆਨੰਦ ਸੀ, ਉਹ ਪਿੱਛੇ ਪਿੱਛੇ ਟੁਰਦਾ ਹੋਇਆ ਮੇਰੇ ਅੰਦਰ ਵਸ ਗਿਆ। ਪਾਛੇ ਭਇਆ ਆਨੰਦ। ਉਹ ਜਿੱਥੇ ਹਉਮੈ ਹੈ ਉੱਥੇ ਆਨੰਦ ਨਹੀਂ ਹੈ, ਜਿੱਥੇ ਹਉਮੈ ਹੈ ਉੱਥੇ ਪ੍ਰਭੂ ਨਹੀਂ ਹੈ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕੱਠਾ। ਦੋਨੋਂ ਇੱਕ ਥਾਂ ਹੋ ਹੀ ਨਹੀਂ ਸਕਦੇ। ਅੰਦਰ ਇੱਕ ਹਉਮੈ ਦੀ ਚਾਦਰ ਹੈ, ਜਿਸ ਕਾਰਨ ਪ੍ਰਭੂ ਨਾਲ ਪਿਆਰ ਨਹੀਂ ਬਣਦਾ, ਜਿਸ ਨਾਲ ਉਸ ਪ੍ਰਭੂ ਦੇ ਨਾਲ ਦੂਰੀ ਬਣੀ ਰਹਿੰਦੀ ਹੈ, ਵਿਥ ਬਣੀ ਰਹਿੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਭ ਤੋਂ ਮੁੱਢਲਾ ਔਰ ਸਭ ਤੋਂ ਵੱਡਾ ਸਵਾਲ ਹੈ, ਕਿਵ ਸੱਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਭਾਲ। ਇਹ ਦੀਵਾਰ, ਇਹ ਜਿਹੜੀ ਕੂੜ ਦੀ ਭਾਲ ਹੈ, ਟੁੱਟੇਗੀ ਕਿਸ ਤਰ੍ਹਾਂ? ਸੱਚਿਆਰਾ ਜੀਵਨ, ਸੱਚਿਆਰੇ ਜੀਵਨ ਦੇ ਦਰਸ਼ਨ ਹੋਣਗੇ ਕਿਸ ਤਰ੍ਹਾਂ? ਜੀਵਨ ਸੱਚਿਆਰ ਹੋਏਗਾ, ਬਣੇਗਾ ਕਿਸ ਤਰ੍ਹਾਂ? ਅੱਗੋਂ ਗੁਰੂ ਮਹਾਰਾਜ ਰਹਿਮਤ ਕਰਦੇ ਨੇ, ਵਿਧੀ ਵੀ ਸਮਝਾਉਂਦੇ ਨੇ, ਹੁਕਮ ਰਜ਼ਾਈ ਚੱਲਣਾ, ਉਹਦੀ ਰਜ਼ਾ ਵਿੱਚ ਰਹਿਣਾ, ਉਹਦੇ ਹੁਕਮ ਵਿੱਚ ਰਹਿਣਾ। ਨਾਨਕ ਲਿਖਿਆ ਨਾਲ, ਉਹਦੇ ਅਟਲ ਹੁਕਮ ਵਿੱਚ, ਅਟਲ ਨਿਯਮ ਵਿੱਚ ਰਹਿਣਾ। ਪਰ ਅਗਲੀ ਪੌੜੀ ਵਿੱਚ ਗੁਰੂ ਪਿਤਾ ਬਖਸ਼ਿਸ਼ ਕਰਦਿਆਂ ਹੋਇਆਂ ਸਾਨੂੰ ਉਸ ਹੁਕਮ ਦੀ ਡੈਫੀਨੇਸ਼ਨ ਸਮਝਾਉਂਦੇ ਨੇ ਬਾਣੀ ਜਪ ਵਿੱਚ। ਕਹਿੰਦੇ ਨੇ, ਹੁਕਮ ਹੈ ਅੰਦਰ ਸਭ ਕੁਛ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁਝੈ, ਤਾਂ ਨਾ ਕਹੇ ਨਾ ਕੋਈ। ਜਦ ਅੰਦਰ ਉਸ ਪ੍ਰਭੂ ਦਾ ਪਿਆਰ ਵਸ ਜਾਏ, ਜਾਂ ਇਹ ਕਹਿ ਲੋ, ਉਸ ਪ੍ਰਭੂ ਨੂੰ ਅੰਦਰ ਵਸਾਉਣ ਲਈ ਪਹਿਲੇ ਆਪਾ ਗਵਾਉਣਾ ਪੈਣਾ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਇਆ। ਤਾਂ ਉਹਦੇ ਹੁਕਮ ਨੂੰ ਬੁੱਝਣ ਦੀ ਸੋਚੀ ਬੰਨੇਗੀ। ਪਹਿਲੇ ਸਮਰਪਣ ਕਰਨਾ ਹੈ, 100% ਸਮਰਪਣ। ਨਤਮਸਤਕ ਦਾ ਮਤਲਬ ਹੀ ਸਮਰਪਣ ਹੈ। ਕਬੀਰ ਸਾਹਿਬ ਇੱਥੇ ਸਾਨੂੰ, ਸਾਡੇ ਤੇ ਬਖਸ਼ਿਸ਼ ਕਰਦਿਆਂ ਹੋਇਆ ਸਾਨੂੰ ਬਹੁਤ ਜੀਵਨ ਦਾ ਬਹੁਤ ਅਮੋਲਕ ਪਹਿਲੂ ਸਾਡੇ ਨਾਲ ਸਾਂਝਾ ਕਰ ਰਹੇ ਨੇ, ਸਾਨੂੰ ਸਮਝਾ ਰਹੇ ਨੇ, ਸਾਨੂੰ ਉਪਦੇਸ਼ ਬਖਸ਼ ਰਹੇ ਨੇ। ਆਪਣੇ ਆਪ ਨੂੰ ਸੰਬੋਧਿਤ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਜਿਸ ਦਿਨ ਹਉਮੈ ਅੰਦਰੋਂ ਖਤਮ ਹੋਈ, ਜਿਸ ਦਿਨ ਹਉਮੈ ਮੁੱਕ ਗਈ, ਤਾਂ ਜਾ ਕੇ ਅੰਦਰ ਉਸ ਪ੍ਰਭੂ ਦੀ ਪਛਾਣ ਹੋਏਗੀ, ਤਾਂ ਜਾ ਕੇ ਉਹ ਆਤਮਕ ਆਨੰਦ, ਆਤਮਕ ਸੁੱਖ ਦਾ
सुख मानिया जाएगा। जब तक अंदर होमे है, जिन्ना मर्जी धर्म कर्म कर लीए, जिन्ने मर्जी पाठ कर लीए, जिन्ने मर्जी असी अच्छे पुण्य दान कर लीए, जब तक अंदर गुमान है, जब तक मन विच ये है कि मैं कीता, तब तक जिथे आ गई मैं कीता, उत्थे समझो किसी ओदा कोई लाभ नहीं, वो किथे प्रवान नहीं। और आनंद की है, आनंद कोई दुनियावी सुख या दुख नहीं है। आनंद वो है जिहड़ा गुरु का प्यार है। आनंद वो है जिहड़ा ओदे हुक्म विच चलण दी एक तरतीब है। जब तक आनंद नहीं, तब तक हुक्म नहीं बुझिया जा सकता। जब तक आत्मक सुख विच दी अवस्था नहीं, उस प्रभु दे दीदार नहीं हो सकते। तब तक अंदर आत्मक आनंद नहीं, उस प्रभु नाल प्यार नहीं बन सकता। इसलिए 3 स्टेप विच कबीर साहब ने सानू समझाया। पहले सानू प्रेरणा बख्शी, दृढ़ कराया। पहले मैनू अपने आप नू सरैंडर करना है। सरैंडर करन तो बाद पिछे पिछे आत्मक सुख अंदर वस जाएगा, भाव ओदे गुण अंदर वस जाणगे, ओदा नाम अंदर कर कर जाएगा। ओदे गुना दे राही जब प्रॉपर्टीज नाल प्रॉपर्टीज मैच होणगियां, तां जाके मोह मिलियो प्रभ अपना, तां उस प्रभु नाल मिलाप होना है। गोबिंद मिलन की ए तेरी बरिया, तां जाके उस प्रभु नाल मिलाप होना है। इस जीवन की बाजी जित्ती जानी है, और जीवन ने ऐसी तरतीब लेनी है, चाहे वो कर्म इंद्रियां ने, चाहे वो ज्ञान इंद्रियां ने, उन्होंने ऐसी तरतीब लेनी है कि फिर उस नाम दे वास नाम दी बरकत, उस आनंद दी बरकत सारा परिवार, परिवार केड़ा है, ये केड़े परिवार दी गल हुई, केड़े संग दी गल हो रही है। इत्थे कोई दुनियावी संग दी गल नहीं हो रही, गल संबोधन है मन नू। जे मैं दी गल हो रही है ते मन दी गल हो रही है। जद मन दी गल हो रही है तो संबोधन है मन नू। जा दिन होमुआ होमे किदे किदे उत्ते होमे दा प्रभाव हुंदा मन उत्ते। फिर शब्द दे नाल, शब्द दी कमाई नाल मन धोता जांदा है, आत्मक सुख अंदर वसदा है। ते जेड़े मन दी गल हो रही है, नानक मेर शरीर चलाने वाला कौन है? मन। ते जदों मन धुप गया, मन गुरु दे रंग विच रंग गया, ते फिर होना की है? जेड़ी ज्ञान इंद्रियां ओदे ऑर्डर दे अधीन चलदियां ने, जेड़ी ओदी ब्रांचेस ने, जेड़ा ओदा परिवार है, जेड़ा ओदे ऑर्डर दे अधीन चलदा है, वो भी अपने आप ओदे रंग विच रंग गया, अपने आप ओदे नाल प्यार बनाने नूं मजबूर हो गया, अपने आप उसी राह ते चलन लग पिया। दीन दयाल परोस सब परिवार चढ़ाया बेड़े। किहड़े परिवार दी गल है? इत्थे मन दे परिवार दी गल हो, जेड़ी इंद्रियां मन दे पिछे टुर गई। इसलिए शब्द, इसलिए गुरु पातशाह बार बार मन धोन दी गल करते हैं। इसलिए मन नूं जोत स्वरूप किया है। मन तू जोत स्वरूप है, अपना मूल पहचान, क्योंकि मन ही है जिसने तुपना है। मन तो वो शब्द ला हर से चलाए। यही गल इत्थे कबीर साहब सानू समझा रहे ने। कह रहे ने जिस दिन मेरे अंदरों होमे दा सफाया हो गया, होमे मुक गई, उस दिन मेरे अंदर आनंद, परम आनंद, मेरे अंदर सुख, आत्मक सुख बस गई। कहा जाके मेरा उस करतार नाल प्यार बन गया, मैनू ओदे दीदार हो गए, मैनू ओदे दर्शन हो गए, ते नाल ही मेरे मन दे पिछे टुरन वाले मेरे घर ज्ञान इंद्रे जेड़े ओदे संगी सन, वो सही राह ते आ गए। उन्हां दी भी लिव उस प्रभु नाल जुड़ गई, वो भी ओदे दर्शनां दे जिज्ञासु बन गए। उन्हां दे अंदर भी ओदे 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 गुण, उन्हां दी सुगंधी आ गई। कबीर साहब गल करते ने उस मन दी, समझाउंदे ने
कहते ने कि जदों मेरे अंदर आनंद आ गया, मेरे अंदर सुख आ गया, तां मेरे अंदर उस प्रभु का वास हो गया। इत्थे ध्यान रखना है, संगी भजै गोबिंद। इत्थे गोबिंद नू दो मात्रा ने, घोड़ा है ते औकड़ है। जदों असीं ये काव्य रचना नूं पूरा करन लई दो मात्रा लगाईਆਂ ਜਾਂਦੀਆਂ ने, ਅਸੀਂ जानते हैं। ते जिस तरह ਅਸੀਂ गोबिंद का उच्चारण करने हैं, उसकी उल्टी मात्रा का उच्चारण होएगा इत्थे गोबिंद। संगी भजे गोबिंद। ते कबीर साहब कहते ने मेरे सुभाव विच फर्क आ गया। हुण अगले उसी कंटेक्स्ट विच कबीर साहब अगले श्लोक विच, श्लोक नंबर 7 विच साडे ते बख्शिश करदे ने। कहंदे ने कि जदों प्रभु दा वासा मेरे अंदर हो गया, हुण होमे मुए दी गल, हो मुए दी गल की है? ध्यान रखना है, होमे खत्म नहीं होंदी, मुकदी नहीं, मरदी नहीं। होमे दा सुभाव चेंज होंदा है, तरतीब ले लैंदी है। गुरु दी शरण, गुरु दी सिक्ख्या, गुरु दे गुना, क्योंकि जदों असीं जन्म लैने आ साडे अंदर प्रभु दे गुण ने। ते गुरु एक लाइट हाउस है जिहड़ा उत्ते जम्मी हुई जिहड़ा अंधेरा है, जिहड़ा जम्मी हुई कालख है, उहनूं दूर कर। ते जदों होमे होमे दा जिहड़ा पड़दा उन गुना उत्ते चढ़िया हुंदा है, जिस कारण प्रभु दे दर्शन नहीं होंदे, जिस कारण प्रभु दी पछाण नहीं होंदी, जिस कारण प्रभु नाल दूरी बन्नी हुंदी है। ते जदों होमे दा पड़दा दूर हुंदा है, होमे मुकदी नहीं, सगों तरतीब लैके नम्रता बन जाती है। कोई भी विकार मुकदा नहीं, ध्यान रखना है, कोई भी विकार मुकदा नहीं, वो तरतीब लैंदा है। क्रोध जेड़ा है वो वीरता बन जाती है, होमे हंकार जेड़ा है वो नम्रता बन जाती है। अगे आएगी गल। ते कबीर साहब कहते ने जिस तरह ही मेरे अंदर प्रभु दा वासा होया, जिस तरह ही मेरे ज्ञान इंद्रे मन दे पिछे मन साफ होया, उसनों उसदे विच प्रभु दे गुना दा वासा होया। ते जेड़े मेरे ज्ञान इंद्रे सन, मेरे कर्म इंद्रे सन, ओ उस गोबिंद दे भजन विच रंग गए। मेरे अंदर वो प्रभु दा गुण, नम्रता वाला गुण आ गया। जिथे मैं होमे दे विच सिर्फ अपने गुण देखदा सी, हुण मैनूं सारे संसार विच गुण ही गुण नजर आने लग पए। उस गुण दे अगे ते मैनूं अपना कुछ नजर ही नहीं आया, मैनूं अपनी होंद ही नहीं समझ आई। किन्ने गुण संसार विच नजर आने लग पए, हर बंदा मैनूं गुणी नजर आने लग पिया। कहंदे कबीर सब ते हम बुरे, हम तज भलो सब कोए, जिन ऐसा कर बूझिया मीत हमारा सो। कहंदे ने मेरे अंदर वो गुण, वो प्रभु दी प्यार दी बरकत, वो प्रभु दे आत्मक आनंद दी बरकत, मैनूं हर जगह गुण नजर आने लग पे, प्रभु नजर आने लग पिया। मैनूं हर जगह ओदे दीदार होण लग पे, ते मैनूं समझ आ गई कि मैं ते सब तो बुरा, सब तो छोटा, सब तो नीचा। जिथे मैं हों दे विच, होमे दे विच अपने आप को सब तो वड्डा समझदा सी, अज ओ प्रभु दे गुना दा वासा मेरे अंदर होंदियां ही मैनूं अपनी होंद किथे समझ ही नहीं आई। मैनूं ते लग्या सब कुछ, मैनूं ते इल जापदा है कि सारा ही मैं सब तो बुरा। हम तज मैनू छड़ के पूरा संसार भले सब कोई, पूरा संसार ही बहुत भला है, बहुत अच्छा है, बहुत न्यारा है ते ओदी कुदरत ना। और दर्शन ओदे दर्शन कादर दे दर्शन कायनात विचों ही होने ने। पर कायनात विचों असीं दर्शन तां नहीं कर सकते क्योंकि अंदर होमे दा पड़दा है, अंदर विकारा दा पड़दा है, ते कायनात विचों उस कादर दे दर्शन नहीं होंदे। ते जदों एक पर्दा हटदा है ते फिर उस कायनात दे विच सब में जोत जोत है, हर जगह ओदे दर्शन होंदे ने। फिर कोई बुरा लगदा ही नहीं, फिर किसी नाल कोई कोई ईर्खा रहिंदी ही नहीं, फिर कोई हीन लगदा ही नहीं, फिर ते अपने आप दी होंद नहीं समझ आंदी। फिर ते लगदा है कि असीं कुछ करन जोगे ही नहीं, साडी अपनी समर्था ही नहीं। कहंदे जिन ऐसा कर बूझिया, जिन्हां नूं ये गल समझ आ गई, भाव जिन्हां दे अंदर
ਉਹ ਪ੍ਰਭੂ ਦੇ ਗੁਣ ਵਸ ਗਏ, ਜਿਨ੍ਹਾਂ ਨੂੰ ਇਹ ਗੱਲ ਸਮਝ ਆ ਗਈ, ਜਿਨ੍ਹਾਂ ਨੂੰ ਹਰ ਤਰ੍ਹਾਂ ਪ੍ਰਭੂ ਦੇ ਦੀਦਾਰ ਹੋ ਰਹੇ ਨੇ, ਜਿਨ੍ਹਾਂ ਨੂੰ ਇਹ ਪਤਾ ਹੈ ਕਿ ਮੇਰੇ ਤੋਂ ਮੈਂ ਕੁਛ ਵੀ ਨਹੀਂ, ਮੇਰੀ ਆਪਣੀ ਸਮਰੱਥਾ ਕੁਛ ਨਹੀਂ, ਮੈਨੂੰ ਛੱਡ ਕੇ ਪੂਰਾ ਸੰਸਾਰ ਉਸ ਪ੍ਰਭੂ ਦੀ ਕਿਰਪਾ, ਉਸ ਪ੍ਰਭੂ ਦੀ ਬਖਸ਼ਿਸ਼ ਸਦਕਾ ਚੱਲ ਰਿਹਾ ਹੈ। ਮੈਂ ਤੇ ਕੁਛ ਵੀ ਨਹੀਂ। ਜੇ ਮੈਨੂੰ ਇਹ ਸਮਝ ਆ ਗਈ, ਜੇ ਕੋਈ ਕਿਸੇ ਹੋਰ ਨੂੰ ਵੀ ਇਹ ਬੁੱਝ ਗਿਆ ਤਾਂ ਸਮਝੋ ਉਹ ਮੇਰਾ ਪਿਆਰਾ ਹੈ, ਉਹ ਮੇਰਾ ਮਿੱਤਰ ਹੈ। ਮੈਂ ਇੰਜ ਦੀ ਸੰਗਤ ਲੋਚਦਾ ਜੋ ਨਿਮਾਣੇ ਹੋ ਕੇ, ਨਿਤਾਣੇ ਹੋ ਕੇ ਉਹਦੇ ਪਿਆਰ ਦੀ ਜਗਿਆਸਾ ਰੱਖਦੇ ਨੇ, ਉਹਦੇ ਪਿਆਰ ਲਈ ਝੋਲੀ ਫੈਲਾਉਂਦੇ ਨੇ, ਜੋ ਮੈਂ ਨਹੀਂ ਕਰਦੇ। ਮੈਂ ਇੰਜ ਦੀ ਸੰਗਤ ਲੋਚਦਾ। ਇੱਥੇ ਕਬੀਰ ਸਾਹਿਬ ਸਾਡੇ ਤੇ ਬਖਸ਼ਿਸ਼ ਕਰ ਰਹੇ ਨੇ, ਸਾਨੂੰ ਸਮਝਾ ਰਹੇ ਨੇ ਕਿ ਸੰਗਤ ਕਿਦਾਂ ਦੀ ਹੋਣੀ ਚਾਹੀਦੀ ਹੈ ਤਾਂ ਕਿ ਅੰਦਰ ਉਸ ਪ੍ਰਭੂ ਦੇ ਗੁਣ ਬਰਕਰਾਰ ਰਹਿਣ। ਇੱਥੇ ਸੰਗਤ ਦੀ ਗੱਲ ਕਰਦਿਆਂ ਹੋਇਆਂ ਸਾਡੇ ਤੇ ਬਖਸ਼ਿਸ਼ ਕਰਦੇ ਨੇ, ਕਿਉਂਕਿ ਜਿਸ ਤਰ੍ਹਾਂ ਦੀ ਸੰਗਤ ਹੈ ਉਸ ਤਰ੍ਹਾਂ ਦਾ ਰੰਗ ਚੜ੍ਹਦਾ ਹੈ। ਇੱਥੇ ਸਮਝਾਉਂਦੇ ਨੇ ਕਿ ਜਿਹੜੇ ਉਹ ਗੁਰੂ ਦੇ ਪਿਆਰੇ, ਗੁਰੂ ਦੇ ਭਗਤ, ਗੁਰੂ ਦੇ ਦੁਲਾਰੇ ਨੇ, ਜਿਨ੍ਹਾਂ ਨੇ ਉਸ ਨੂੰ ਪਛਾਣ ਲਿਆ, ਜਿਨ੍ਹਾਂ ਨੇ ਅੰਦਰੋਂ ਹਉਮੈ ਨੂੰ ਮੁਕਾ ਦਿੱਤਾ ਹੈ, ਜਿਹੜੇ ਨਮਰਤਾ ਨਾਲ ਭਿੱਜੇ ਹੋਏ ਨੇ, ਜਿਹੜੇ ਉਹਦੇ ਗੁਣਾਂ ਨਾਲ ਭਿੱਜੇ ਹੋਏ ਨੇ, ਮੈਨੂੰ ਉਹਨਾਂ ਦੀ ਸੰਗਤ ਹੀ ਚਾਹੀਦੀ ਹੈ ਔਰ ਉਹਨਾਂ ਦੀ ਸੰਗਤ ਹੀ ਕਰਨੀ ਚਾਹੀਦੀ ਹੈ। ਇੱਥੇ ਪ੍ਰੇਰਨਾ ਦਿੰਦੇ ਨੇ ਸਭ ਕਿ ਸੰਗਤ ਉਹਨਾਂ ਦੀ ਜਿਹੜੇ ਜਿਨ੍ਹਾਂ ਵਿੱਚ ਉਹਦੇ ਉਸ ਪ੍ਰਭੂ ਦੇ ਗੁਣ ਹੋਣ। ਹੰਕਾਰੀ ਮਨੁੱਖਾਂ ਦੀ ਸੰਗਤ ਦਾ ਕੋਈ ਲਾਭ ਨਹੀਂ। ਅੱਗੇ ਕਬੀਰ ਸਾਹਿਬ ਸਾਡੇ ਤੇ ਬਖਸ਼ਿਸ਼ ਕਰਦਿਆਂ ਹੋਇਆਂ ਸਾਨੂੰ ਉਹ ਸੱਚਾਈ ਨਾਲ ਸਾਡੀ ਵਾਕਫੀਅਤ ਕਰਾਉਂਦੇ ਨੇ। ਕਹਿੰਦੇ ਨੇ ਹਉਮੈ ਕਈ ਰੰਗਾਂ ਵਿੱਚ ਆ ਕੇ ਮੇਰੇ ਤੇ ਭਾਰੂ ਹੋਣ ਦੀ ਕੋਸ਼ਿਸ਼ ਕਰਦੀ ਰਹੀ। ਅਸੀਂ ਦੇਖਦੇ ਹਾਂ ਨਾ, ਰੋਜ਼ ਹੀ ਸਾਡੇ ਮੈਂ ਵੱਧਦੀ ਜਾਂਦੀ ਹੈ। ਕਿਉਂ? ਕਿਉਂਕਿ ਹਉਮੈ ਦੇ ਕਈ ਰੂਪ ਨੇ, ਕਈ ਰੂਪ ਨੇ। ਕਹਿੰਦੇ ਨੇ ਕਬੀਰ ਆਈ ਮੁਝੇ ਪੈ ਅਨਕ करे कर पेश, हम राखे गुर आपने उनकी ने आदेश। कहते ने मेरे ते भी आई, मेरे ते जोर पाया, कई पेसा विच कई पेख बना बना के आई। ਅਸੀਂ ਕੋਈ ਧਰਮ ਕਰਮ ਕਰਦੇ ਹਾਂ, ਕੋਈ ਗਿਆਨ ਲੈ ਲੈਨੇ ਆ, ਕਿੱਥੋਂ ਥੋੜੀ ਜਿਹੀ ਤਾਰੀਫ ਮਿਲ ਜਾਂਦੀ ਏ, ਕਿੱਥੋਂ ਥੋੜੀ ਵਡਿਆਈ ਮਿਲ ਜਾਂਦੀ ਏ। ਇਹ ਸਾਰੇ ਹਉਮੈ ਦੇ ਭੇਖ ਨੇ ਜਿਹੜੇ ਸਾਡੇ ਅੰਦਰ ਈਗੋ ਦਾ ਰੂਪ ਲੈ ਲੈਂਦੇ ਨੇ, ਸਾਡੇ ਅੰਦਰ ਹਉਮੈ ਦਾ ਰੂਪ ਲੈ ਲੈਂਦੇ ਨੇ, ਹੰਕਾਰ ਬਣਾ ਦਿੰਦੇ ਨੇ। ਤੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਵੀ, ਮੇਰੇ ਉੱਤੇ ਵੀ ਬੜਾ ਜ਼ੋਰ ਪਾਇਆ, ਬਾਰ-ਬਾਰ ਅਲੱਗ-ਅਲੱਗ ਰੂਪ ਲੈ ਕੇ ਹਉਮੈ ਮੈਨੂੰ ਆ ਕੇ ਟੱਕਰਦੀ ਸੀ। ਲੋਕ ਕਹਿੰਦੇ ਸੀ ਕਬੀਰ ਭਗਤ ਹੈ, ਬੜਾ ਵੱਡਾ ਭਗਤ ਹੈ, ਵਡਿਆਈਆਂ ਕਰਦੇ ਸਨ। ਹਉਮੈ ਮੇਰੇ ਤੇ ਆ ਕੇ ਜ਼ੋਰ ਪਾਉਂਦੀ ਸੀ। ਆਮ ਤੌਰ ਤੇ ਸਾਡੀ ਜੀਵਨ ਵਿੱਚ ਇਹੀ ਹੋ ਰਿਹਾ ਨਾ, ਅਸੀਂ ਵਡਿਆਈਆਂ ਲੋਚਦੇ ਹਾਂ, ਅਸੀਂ ਵੱਡੇ ਰੁਤਬੇ ਤੇ ਪਹੁੰਚ ਜਾਂਦੇ ਹਾਂ ਤੇ ਅਸੀਂ ਵੱਡੇ ਰੁਤਬਿਆਂ ਤੇ ਪਹੁੰਚ ਕੇ ਸਾਡੇ ਅੰਦਰ ਕਈ ਵਾਰੀ ਇੰਨਾ ਹੰਕਾਰ ਆ ਜਾਂਦਾ ਹੈ, ਕਈ ਵਾਰੀ ਇੰਨਾ ਹਉਮੈ ਆ ਜਾਂਦਾ ਹੈ ਕਿ ਅਸੀਂ ਹਮੇਸ਼ਾ ਇਹ ਸੋਚਦੇ ਹਾਂ ਕਿ ਸਾਹਮਣੇ ਵਾਲਾ ਮੇਰੀ ਤਾਰੀਫ ਕਿਉਂ ਨਹੀਂ ਕਰ ਰਿਹਾ। ਅਸੀਂ ਬਾਣੀ ਪੜ੍ਹਦਿਆਂ ਹੋਇਆਂ ਵੀ ਹਉਮੈ ਦੇ ਸ਼ਿਕਾਰ ਹੋ ਜਾਂਦੇ ਹਾਂ। ਅੱਜ ਨਿਤਨੇਮ ਕੀਤਾ, ਅੱਜ ਸਹਿਜ ਪਾਠ ਕੀਤਾ, ਗਿਣਤੀਆਂ ਪੈ ਜਾਂਦੇ, ਅੱਜ ਕੀਤਾ, ਮੈਂ ਕੀਤਾ। ਉਹ ਪੱਲਿਆ ਜੇ ਸਾਈਂ ਨਾ ਮਿਲਦਾ ਤੇ ਕਿੱਥੋਂ ਕਰਦਾ। ਜੇ ਅੱਖਾਂ ਦੀ ਰੋਸ਼ਨੀ ਨਹੀਂ ਹੁੰਦੀ ਤੇ ਕਿੱਥੋਂ ਕਰਦਾ। ਜੇ ਉੱਠਣ ਦਾ ਜਜ਼ਬਾ ਨਹੀਂ ਹੁੰਦਾ ਤੇ ਕਿੱਥੋਂ ਕਰਦਾ। ਪਰ ਅਸੀਂ ਬਾਣੀ ਪੜਨ ਵਿੱਚ ਵੀ ਹਉਮੈ ਦੇ ਸ਼ਿਕਾਰ ਹੋ ਜਾਂਦੇ ਹਾਂ, ਬਾਣੀ ਦੇ ਵਿਚਾਰਾ ਕਰਨ ਵਿੱਚ ਵੀ ਹਉਮੈ ਦੇ ਸ਼ਿਕਾਰ ਹੋ ਜਾਂਦੇ ਹਾਂ ਕਿ ਸਾਨੂੰ ਵਡਿਆਈਆਂ ਕਿੰਨੀਆਂ ਕੁ ਮਿਲੀਆਂ, ਸੰਗਤ ਨੇ ਕਿੰਨਾ ਕੁ ਸਾਨੂੰ ਵਡਿਆਈ ਦਿੱਤੀ। ਹੋ ਜਾਂਦਾ ਇਹ ਹਉਮੈ ਦੇ ਅਲੱਗ-ਅਲੱਗ ਭੇਖ ਨੇ, ਜਿੱਥੋਂ ਕਬੀਰ ਸਾਹਿਬ ਸਾਨੂੰ ਬਚਨ ਦੀ ਪ੍ਰੇਰਨਾ ਦੇ ਰਹੇ ਨੇ, ਸਾਨੂੰ ਸਮਝਾ ਰਹੇ ਨੇ ਕਿ ਹਉਮੈ ਮਨੁੱਖ ਤੇ ਬਾਰ-ਬਾਰ ਭਾਰ ਪਾਉਂਦੀ ਏ, ਬਾਰ-ਬਾਰ ਆ ਕੇ ਆਪਣਾ ਸ਼ਿਕਾਰ ਬਣਾਉਂਦੀ ਏ। ਪਰ ਜਿਹੜਾ ਮਨੁੱਖ ਕੱਚਾ ਹੁੰਦਾ ਹੈ, ਜਿਹੜਾ ਮਨੁੱਖ ਗੁਰੂ ਤੋਂ ਦੂਰ ਹੁੰਦਾ ਹੈ, ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ ਹੁੰਦਾ, ਜਿਹਦੇ ਅੰਦਰ ਗੁਰੂ ਦੇ ਗੁਣ ਨਹੀਂ ਹੁੰਦੇ, ਉਹਦਾ ਸ਼ਿਕਾਰ ਹੋ ਜਾਂਦਾ ਹੈ।
वो उस होमे दे अधीन हो जाता है और अपने जीवन ਨੂੰ ਬਿਰਥਾ कर ਲੈਂਦਾ, खराब कर ਲੈਂਦਾ है। फिर होमे दे ਉਂਗਲਾਂ ਤੇ ਬੰਦਰ ਨਾਚ ਉਹਦਾ ਜੀਵਨ ਕਰਦਾ है। पर कबीर साहब कहते ने पर जेड़ा कहते ने मेरे भी अपने आप ਨੂੰ सामने रख के सानू समझा रहे ने, कह रहे ने आई मुझे पे अनक करे कर पेस मुड़ मुड़ करे ਹੁੰਦਾ मुड़ मुड़ बार बार आके मैनू शिकार बनाने की कोशिश करती रही पूरा जोर लाया पर मैं बच गया किवें हम राखे गुर आपने। मैनू उस गुरु ने उस शब्द गुरु ने उस आत्मक ज्ञान ने मैनू बचा लिया, उस आत्मक गुना ने उस आत्मक आनंद ने मैनू बचा लिया, मैनू उसकी कृपा ने बचा लिया। उनकी ने आदेश ते होमे में फिर उस गुरु दे के गुरु दे ज्ञान दे के गुरु दे चानन दे के गुरु दी गुना दे अगे नमस्कार करन लग पई। आदेश होंदा नमस्कार, झुक गई लिफ गई ते लिफन तो बाद उन्हें नम्रता दा रूप ले लिया। हुण इत्थे सानू समझना होमे मुक्ति नहीं, ओ तरतीब लैंदी है, पर ओदी तरतीब ओदी होमे नू जे बदलना है, होमे नू जे नम्रता दा रूप बनाना है, क्योंकि नम्रता अंदर है जेड़ा प्रभु दा बख्शिया होया गुण साडे अंदर जीवन दी शुरुआत होई है। पर ओदे उत्ते जेड़ा होमे दा काला पड़दा है ना, वो गुना दे दर्शन नहीं होन दिंदा। पर गुरु दे चानन नाल, गुरु दे प्यार नाल, गुरु दी सिक्ख्या दे नाल ही वो इशनान होना है अंदर कि होमे दा अपना वजूद नहीं रहना और होमे ने खुद ही नमस्कार करके नम्रता बन जाना है। उसने अपनी कालक खुद ही कालक दूर हो जानी। कबीर साहब इत्थे प्रेरणा बख्शते ने, समझाते ने होमे कई रंगां विच कई रूपां विच आके शिकार बनाने की कोशिश करे करदी है, सानू पता नहीं लगता, सानू पता नहीं लगता असीं होमे दे शिकार हो जाने हैं। क्यों? तब तक पता नहीं लगता जब तक गुरु दी शरण विच नहीं है, जब तक गुरु दे प्यार विच नहीं है, जब तक गुरु दे बख्शे हुए आत्मक आनंद नू नहीं मान रहे, जब तक उस प्रभु की पहचान नहीं कर पा रहे, तब तक होमे अंदर अपने आप वासा होमे दा वासा अपने आप हो जाता है, शिकार बना ही लेंदी है और जीवन में खराब कर देती है, कुराहे पा देती है, असली मकसद तो दूर कर देती है और सारी जिंदगी जींदिया जी विकारां दे अधीन दुख सहेड़ना पैंदा है और फिर संसार तो जान तो बाद फिर तो जन्म मरण दी गेड़ विच आना पैंदा है, भाव दे दर तो फिटकारे जाने हैं। ये होमे ही है जिदी वजह नाल मनुख अपने जीवन तो अपने रस्ते तो अपने मकसद तो कुराहे पै जांदा है। कल गल हुई सी ना दीन बिसारे हो रे दीवाने दीन बिसारे, वो अपने फर्जां नूं भुल जांदा है क्योंकि मैं आ जांदी, मैं दे चक्कर विच सब भुल जांदा। हुण कबीर साहब अगले श्लोक विच साडे ते बख्शिश करदे ने, उसी होमे दी गल करदियां होया उस होमे दी गल करदियां होया सानू समझांदे ने कि ओनू मारन दे बेनिफिट्स की ने, क्यों होमे एक बुरी चीज है, ओनू मारन दा बेनिफिट की है। कहंदे ने कबीर सोई मारी है जह मुंह है सुख होए, कहंदे ने उस होमे नू मार देना चाहिए, मुका देना चाहिए। क्यों? क्योंकि जब तक होमे जेड़ी गल पहले श्लोक विच कबीर साहब ने कही, 5वें श्लोक विच माफी चाहना, वही गल हुण 9वें श्लोक विच कह रहे कि ओदे मरण नाल ही आत्मक आनंद आएगा, ओदे मुक्कन नाल ही अंदर आत्मक सुख दी प्राप्ति होएगी और उसी जे अंदर आत्मक सुख आत्मक आनंद वस गया ते फिर संसारक तौर ते भी पहले ते गल कीती सी रूहानियत दे तौर ते अंदर दे जीवन दी, हुण बाहर दे जीवन दी गल कर रहे हैं कि संसारक तौर ते भी फिर सारे ही वडियाइयां करनगे, भलो भलो सबको कहे,
संसारक तौर ते भी वडियाइयां होणगियां, बुरे ना माने कोई, और बुरा कहने वाला कोई दिसेगा ही नहीं, कोई बुरा नहीं मनेगा, क्योंकि अंदर निम्रता होएगी, अंदर प्यार होएगा, आत्मक आनंद होएगा, संतोख होएगा, सहज होएगा। हर जगह वो प्रभु दे दीदार होणगे ते फिर किस नाल ईर्खा होएगी, जद किस नाल ईर्खा नहीं हो, क्यों साडी किसी नाल असी क्यों लोकां दी लोकाई दी नजरां विच बदनाम होने आ, क्यों वडियाइयां तो संसारक वडियाइयां दी गल करदे, असली वडियाइयां ओह ने जिहड़ी सच दे चलन ते मिलदियां ने, जिहड़े सच ते पहरा देन ते मिलदियां ने, उन वडियाइयां दी गल हो रही है, चापलूसी वाली वडियाइयां नहीं। उस उस्ताद दी गल कर, फिर ने फिर सारा संसार भलो भलो सबको कहे, सारे ही फिर वडियाइयां करनगे, सारे ही फिर सिर अखां ते रखनगे, और बुरा भी कोई नहीं मनेगा, भाव किसी नाल कोई वैर नहीं रहेगा, किसी नाल कोई ईर्खा नहीं रहेगी, किसी नाल कोई रुस्सत निंदा दा संबंध नहीं रहेगा। अगे कबीर साहब 10वें श्लोक विच उस कंट्रास्ट की गल कर रहे हैं, उस मनमुख अवस्था की गल कर रहे हैं। इत्थे गल कीती इस श्लोक विच, कबीर सोई मारी है जै मुँह सुख होए, कि ऐसी जड़े विकार ने, ऐसी होमे है, उन्होंने मार देना चाहिए है, क्योंकि ਉਹਦੇ मरण नाल ही अंदर आत्मक सुख प्राप्त होएगा। ते नाल ही उसी ਨੂੰ ਹੋਰ क्लैरिटी देने ਲਈ अगले श्लोक ਵਿੱਚ दूजा पक्ष ਸਾਡੇ ਅੱਗੇ ਰੱਖ ਕੇ ਸਮਝਾ ਰਹੇ ਨੇ, ਸਾਡੇ ਅੱਗੇ ਉਸ ਦੂਜੇ ਪੱਖ ਦੀ ਜਿਹੜਾ ਦੁਨਿਆਵੀ ਪੱਖ ਆਮ ਤੌਰ ਤੇ ਪਿਛਲੇ ਸ਼ਲੋਕ ਵਿੱਚ ਗੱਲ ਕੀਤੀ ਕਿ ਜੇ ਅੰਦਰ ਗੁਣ ਹੋਣਗੇ ਤੇ ਦੁਨੀਆ ਵਡਿਆਈਆਂ ਕਰੇਗੀ, ਦੁਨੀਆ ਉਸਤਤ ਕਰੇਗੀ, ਹਰ ਕੋਈ ਰਿਸਪੈਕਟ ਕਰੇਗਾ। ਤੇ ਨਾਲ ਹੀ ਅਗਲਾ ਕੰਟਰਾਸਟ ਅਗਲੇ ਸ਼ਲੋਕ ਵਿੱਚ ਸਾਨੂੰ ਉਸ ਅਵਸਥਾ ਨਾਲ ਵਾਕਫੀਅਤ ਕਰਾ ਰਹੇ ਨੇ, ਕਹਿ ਰਹੇ ਨੇ ਜਿਹੜੇ ਬੰਦੇ ਦੁਨੀਆ ਦਾ ਹੱਕ ਮਾਰਦੇ ਨੇ, ਦੁਨੀਆ ਨੂੰ ਲੁੱਟਦੇ ਨੇ, ਉਹਨਾਂ ਦਾ ਕੀ ਹਾਲ ਹੁੰਦਾ ਹੈ। ਜਿਹੜੀ ਗੱਲ ਪਹਿਲੇ ਸ਼ਲੋਕ ਵਿੱਚ ਸਲਾਹਨ ਦੀ ਕੀਤੀ ਕਿ ਦੁਨੀਆ ਸਲਾਉਂਦੀ ਹੈ, ਇਸੇ ਵਿੱਚ ਉਸੀ ਹੁਣ ਉਸ ਉਹਦੀ ਆਪੋਜ਼ਿਟ ਅਵਸਥਾ ਦੀ ਗੱਲ ਕਰਦਿਆਂ ਹੋਇਆ ਸਾਨੂੰ ਉਸ ਆਤਮਕ ਸੁਖ ਦੀ ਦੇ ਬੈਨੀਫਿਟ ਸਮਝਾ ਰਹੇ ਨੇ ਕਿ ਉਸ ਆਤਮਕ ਸੁਖ ਉਸ ਪ੍ਰਭੂ ਦੇ ਦਰ ਤੇ ਪ੍ਰਵਾਨਗੀ ਦਿਲਵਾਉਂਦਾ ਹੀ ਹੈ, ਸੰਸਾਰਕ ਜੀਵਨ ਵਿੱਚ ਵੀ ਰਿਸਪੈਕਟ ਔਰ ਵਡਿਆਈਆਂ ਦਿਵਾਉਂਦਾ ਹੈ, ਉੱਥੇ ਵੀ ਹਰ ਕੋਈ ਸਰਾਹਨਾ ਕਰਦਾ ਹੈ। पर अगले श्लोक विच नाल ही फिर सानू समझाते ने, कहते ने कबीर राती होवे कारियां कारे उबे जंत ले फाहे उठ धाव दे से जान मारे भगवंत। कहते ने राती होवे कारियां, कालियां हनेरियां रातां विच, कारे उबे जंत ਜਿਹੜੇ काले दिल वाले ने, माड़े विचारां वाले ने, दुनिया नू लुट्टन दी ਦੇ ਵਿਚਾਰ ਰੱਖਣ ਵਾਲੇ ਨੇ, ਉਹ ਕਾਲੇ ਜੰਤ ਹਨੇਰੀਆਂ ਰਾਤਾਂ ਵਿੱਚ ਉੱਠ ਖਲੋਂਦੇ ਨੇ, ਤੁਰ ਪੈਂਦੇ ਨੇ, ਤੇ ਫਿਰ ਲੈ ਫਾਹੇ ਉੱਠ ਧਾਵਦੇ, ਫਾਹੇ ਹੁੰਦਾ ਜਿਹੜੇ ਉਹਨਾਂ ਕੋਲ ਔਜ਼ਾਰ ਹੁੰਦੇ ਨੇ ਕਿਸੇ ਦੇ ਘਰ ਸਨ ਲਾਉਣ ਲਈ, ਭਾਵ ਜਿਹੜੇ ਉਹਨਾਂ ਦੀ ਆਪਣੀ ਸਟ੍ਰੈਟਜੀਜ਼, ਜਿਹੜੇ ਔਜ਼ਾਰ, ਜਿਹੜੇ ਵੈਪਨਸ ਹੁੰਦੇ ਨੇ, ਇੱਥੇ ਸਮਝਣ ਦੀ ਲੋੜ ਹੈ। ਉਹ ਉੱਠ ਧਾਵਦੇ, ਉਹ ਉੱਠ ਖਲੋਂਦੇ ਨੇ ਤੇ ਫਾਹੇ ਲੈ ਕੇ ਦੂਜਿਆਂ ਦੇ ਘਰ ਲੁੱਟਣ ਲਈ ਤਿਆਰ ਬਰ ਤਿਆਰ ਹੋ ਜਾਂਦੇ ਨੇ, ਤੁਰ ਪੈਂਦੇ ਨੇ ਉਹਨਾਂ ਦੂਜਿਆਂ ਦੇ ਘਰ ਲੁੱਟਣ ਲਈ, ਦੂਜਿਆਂ ਨਾਲ ਧੱਕਾ ਕਰਨ ਲਈ, ਪਰ ਅੱਗੇ ਫਿਰ ਫੈਸਲਾ ਦਿੰਦੇ ਨੇ, ਕਹਿੰਦੇ ਨੇ ਸੇ ਜਾਨ ਮਾਰੇ ਭਗਵੰਤ। ਕਹਿੰਦੇ ਪਰ ਇੰਨਾ ਯਕੀਨ ਰੱਖੋ, ਇੰਨਾ ਯਕੀਨ ਰੱਖੋ ਕਿ ਅਜਿਹੇ ਬੰਦੇ ਰੱਬ ਵੱਲੋਂ ਮਾਰੇ ਜਾਂਦੇ ਨੇ, ਭਾਣੇ ਉਜੜ ਭਾਣੇ ਰਾਹ, और रब वालों मारे जाते ने। कहते ने कि भाई वो अवस्था भी है जिहड़ी अपनी अंधेरी जिंदगी विच माया दी कालख पहुंच के होमे तृष्णा लोभ मोह दे विच फस के जीवन नू काली हनेरी रात बना के
हर वक्त अंदर काले विचार, गंदे विचार रखते ने। हर वक्त दूजिਆਂ ਨਾਲ ਧੱਕੇ ਕਰਨ ਦੀ, ਵਧੀਕੀ ਕਰਨ ਦੀ, ਦੂਜਿਆਂ ਨੂੰ ਲੁੱਟਣ ਦੇ ਵਿਚਾਰ ਰੱਖਦੇ ਨੇ। ਇੱਥੇ ਐਗਜ਼ਾਮਪਲ ਹਨੇਰੀ ਰਾਤਾਂ ਦੀ ਲਿੱਤੀ ਹੈ, ਪਰ ਇੱਥੇ ਕੇਵਲ ਹਨੇਰੀ ਰਾਤਾਂ ਦੀ ਗੱਲ ਨਹੀਂ ਹੈ। ਇੱਥੇ ਜਿਹੜੀ ਜੀਵਨ ਵਿੱਚ ਕਾਲਕ ਹੈ, ਜੀਵਨ ਵਿੱਚ ਜਿਹੜੀ ਅਸੀਂ ਹਨੇਰੀਆਂ, ਜਿਹੜੇ ਸਾਡੇ ਜੀਵਨ ਵਿੱਚ ਲੋਭ ਦੀਆਂ, ਤ੍ਰਿਸ਼ਨਾ ਦੀਆਂ ਜਿਹੜੀ ਹਨੇਰੀਆਂ ਨੇ, ਉਹਦੀ ਗੱਲ ਹੋ ਰਹੀ ਹੈ। ਜਿਨ੍ਹਾਂ ਨੇ ਜੀਵਨ ਨੂੰ ਕਾਲਾ ਕੀਤਾ ਹੈ, ਗੰਦਾ ਕੀਤਾ ਹੋਇਆ ਹੈ। ਕਾਰੇ ਉੱਬੇ ਜੰਤ ਤੇ ਜਿਹੜੇ ਜੀਵਨ ਗੰਦਾ ਹੋਇਆ ਪਿਆ, ਕਾਲਾ ਹੋਇਆ ਪਿਆ, ਮਨ ਕਾਲਾ ਹੋਇਆ ਪਿਆ, ਕਾਲਾ ਸੁਆਹ ਹੋ ਕੇ ਉਹ ਜਿਹੜੇ ਜੰਤ ਉੱਠ ਖਲੋਤੇ ਨੇ, ਆਪਣੇ ਆਪ ਨੂੰ ਉੱਠ ਜਾਗਦਾ ਹੋਇਆ ਸਮਝਦੇ ਨੇ, ਪਰ ਸੁੱਤੇ ਹੋਏ ਨੇ। ਕਾਲੀ ਹਨੇਰੀ, ਕਾਲੇ ਦਿਲ ਨਾਲ ਜਾਗੇ ਹੋਏ ਜਿਹੜੇ ਮਨੁੱਖ ਨੇ, ਲੈ ਫਾਹੇ ਉੱਠ ਧਾਵਦੇ। ਉਹਨਾਂ ਦੀ ਜਿਹੜੀ ਸੋਚ ਹੈ, ਉਹਨਾਂ ਦੀ ਜਿਹੜੀ ਕਰਮ ਨੇ, ਜਿਹੜੇ ਉਹਨਾਂ ਦੇ ਵਚਨ ਨੇ, ਜਿਹੜੀ ਪਿੱਛੇ ਵੀ ਗੱਲ ਆਈ ਸੀ, ਜਿਹੜਾ ਉਹਨਾਂ ਦੀ ਜੀਵਨ, ਜਿਹੜੀ ਉਹਨਾਂ ਦੀ ਮਤ ਹੈ, ਉਹ ਭੈੜੇ ਪਾਸੇ ਹੀ ਟੁਰਦੀ ਹੈ। ਤੇ ਫਿਰ ਜਿਹੜੇ ਮਤ ਜਿਹੜੀ ਭੈੜੇ ਪਾਸੇ ਹੀ ਟੁਰ ਰਹੀ ਹੈ, ਜਿਹੜਾ ਮਨ ਗੰਦਾ ਹੋਇਆ ਪਿਆ, ਕਾਲਾ ਹੋਇਆ ਪਿਆ, ਉਹ ਅੰਦਰ ਗੰਦੀਆਂ ਸੋਚਾਂ ਹੀ ਲੈ ਕੇ ਤਿਆਰ ਬਰ ਤਿਆਰ ਰਹੇਗਾ ਨਾ। ਲੈ ਫਾਹੇ, ਹੁਣ ਫਾਹੇ ਦਾ ਮਤਲਬ ਜਿਹੜੇ ਔਜ਼ਾਰਾਂ ਦੀ ਗੱਲ ਹੁੰਦੀ ਹੈ, ਵੈਸੇ ਫਾਹੇ ਉਹ ਔਜ਼ਾਰ ਨੇ ਜਿਹੜੇ ਸਨ ਲਾਉਣ ਲਈ ਯੂਜ਼ ਕੀਤੇ ਜਾਂਦੇ ਨੇ, ਪਰ ਇੱਥੇ ਵੀ ਜਦੋਂ ਮਨ ਗੰਦਾ ਹੈ ਤੇ ਉੱਥੇ ਮਨ ਦੀ ਗੱਲ ਹੋ ਰਹੀ ਹੈ ਕਿ ਮਨ ਜਦੋਂ ਗੰਦਾ ਹੁੰਦਾ ਹੈ ਤੇ ਉਹ ਅੰਦਰ ਉਹਨਾਂ ਦੀਆਂ ਸਟ੍ਰੈਟਜੀਜ਼, ਉਹਨਾਂ ਦੀਆਂ ਵਿਚਾਰ ਪੈਦਾ ਹੁੰਦੇ ਨੇ ਜਿਹੜੇ ਹਮੇਸ਼ਾ ਦੂਜੇ ਨੂੰ ਲੁੱਟਣ ਲਈ ਤਿਆਰ ਹੁੰਦੇ ਨੇ। ਪਹਿਲੇ ਵਿਚਾਰ ਆਉਂਦੇ ਨੇ, ਫਿਰ ਕਰਮ ਪਾਪ ਕਰਦੇ ਨੇ, ਪਾਪੀ ਕਰਮ ਹੁੰਦੇ ਨੇ। ਅੰਦਰ ਪਹਿਲੇ ਵਿਚਾਰ, ਅੰਦਰ ਦੇ ਬਲਬਲੇ ਜਿਹੜੇ ਨੇ, ਉਹ ਇਨਸਾਨ ਨੂੰ ਗੰਦਾ ਕਰਦੇ ਨੇ। ਫਿਰ ਕਰਮਾਂ ਰਾਹੀਂ ਪਾਪ ਉਹ ਐਗਜ਼ੀਕਿਊਟ ਹੁੰਦੇ ਨੇ। ਤੇ ਫਿਰ ਜਿਹੜੇ ਅੰਦਰ ਦੇ ਵਿਚਾਰ ਨੇ, ਉਹ ਕਾਲੇ, ਉਹ ਗੰਦੇ ਮਨ ਤੋਂ ਤਿਆਰ ਹੋਏ ਨੇ। ਤੇ ਜਿਹੜੇ ਅੰਦਰ ਦੇ ਵਿਚਾਰ ਨੇ, ਫਿਰ ਉਹਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਕਰਮ ਨੇ, ਉਹ ਵੀ ਮੰਦੇ ਹੀ ਹੁੰਦੇ ਨੇ। ਉਹ ਹਰ ਵਕਤ ਉਹਨਾਂ ਦੇ ਕਰਮ, ਜਿਹੜਾ ਸਰੀਰ ਧਰਤੀ ਹੈ ਜਿਸ ਨਾਲ ਕਰਮ ਕਮਾਣਾ ਹੈ, ਉਹ ਗੰਦੇ ਕਰਮਾਂ ਵਾਲੀ ਤੁਰਦਾ ਹੈ। ਪਰ ਨਾਲ ਹੀ ਫਿਰ ਫੈਸਲਾ ਦਿੰਦੇ ਨੇ, ਕਹਿੰਦੇ ਨੇ ਸਮਝੋ ਕਿ ਇਹ ਵੀ ਜਿਹੜੇ, ਇਹ ਜਾਣ ਲਓ, ਇਹ ਸਮਝ ਲਓ, ਇਹ ਯਕੀਨ ਕਰ ਲਓ, ਸੇ ਜਾਨ ਮਾਰੇ ਭਗਵੰਤ, ਕਿ ਉਹਦੇ ਦਰ ਤੋਂ ਭਟਕੇ ਹੋਏ ਨੇ, ਇਹਦੇ ਦਰ ਤੋਂ ਮਾਰੇ ਗਏ ਨੇ, ਉਹਦੀਆਂ ਸਜ਼ਾਵਾਂ ਭੁਗਤ ਰਹੇ ਨੇ। ਇਹ ਵੀ ਜੰਤੂ ਨੇ ਜਿਹੜੀ ਉਹਦੀਆਂ ਸਜ਼ਾਵਾਂ ਭੁਗਤ ਰਹੇ ਨੇ। ਔਰ ਸਜ਼ਾ ਦੇ ਨਾਲ, ਇਹ ਸਜ਼ਾ ਹੀ ਹੈ ਜਿਹੜੀ ਉਹਦੇ ਦਰ ਤੇ ਪ੍ਰਵਾਨਗੀ ਨਹੀਂ ਲੈਣ ਦਿੰਦੀ, ਜਿਹੜੀ ਫਿਰ ਤੋਂ ਜਨਮ ਮਰਨ ਦੇ ਗੇੜ ਵਿੱਚ ਪਾਉਂਦੀ ਹੈ, ਜਿੰਦਿਆਂ ਜੀ ਵੀ ਵਿਕਾਰਾਂ ਦੇ ਅਧੀਨ ਦੁਖੀ ਸਹੇੜਦੀ ਹੈ, ਜਿੰਦਿਆਂ ਜੀ ਵੀ ਗੰਦਗੀ ਦੇ ਅਧੀਨ ਆਪਣੇ ਜੀਵਨ ਨੂੰ ਕਾਲਾ ਹੀ ਕਰਦੀ ਹੈ। ਇਹ ਵੀ ਉਹਦੀ ਸਜ਼ਾ ਹੈ। ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਪਹਿਲੇ 5 ਤੋਂ ਲੈ ਕੇ 9ਵੇਂ ਸ਼ਲੋਕ ਤੱਕ ਸਾਡੇ ਤੇ ਬਖਸ਼ਿਸ਼ ਕਰਦਿਆਂ ਹੋਇਆਂ ਸਾਨੂੰ ਹਉਮੈ ਨਾਲ ਵਾਕਫੀਅਤ ਕਰਾਉਂਦੇ ਨੇ, ਸਾਨੂੰ ਸਮਝਾਉਂਦੇ ਨੇ ਕਿ ਹਉਮੈ ਕਿੰਨਾ ਵੱਡਾ ਰੋਗ ਹੈ, ਕਿੰਨਾ ਵੱਡਾ ਰੋਗ ਹੈ ਕਿ ਇਨਸਾਨ ਨੂੰ ਹਉਮੈ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਹਉਮੈ ਦਾ ਤਿਆਗ ਹੋਏਗਾ ਕਿਦਾਂ? ਹਉਮੈ ਦਾ ਤਿਆਗ ਕੇਵਲ ਤੇ ਕੇਵਲ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਹੋ ਸਕਦਾ ਹੈ, ਕਿਉਂਕਿ ਹਉਮੈ ਦੇ ਕਈ ਰੂਪ ਨੇ ਜਿਹੜੇ ਬਾਰ-ਬਾਰ ਆਪਣਾ ਸ਼ਿਕਾਰ ਢੂੰਡਦੇ ਨੇ, ਸ਼ਿਕਾਰ ਕਰਦੇ ਨੇ, ਬਾਰ-ਬਾਰ ਭਾਰੂ ਹੋਣ ਦਾ ਯਤਨ ਕਰਦੇ ਨੇ। ਪਰ ਮਨੁੱਖ ਕੇਵਲ ਤੇ ਕੇਵਲ ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦੇ ਗੁਨਾਹ ਰਾਹੀਂ ਉਸ ਤੋਂ ਬਚ ਸਕਦਾ ਹੈ। ਤੇ ਜਿੱਥੇ ਹਉਮੈ ਹਾਰ ਮੰਨ ਲੈਂਦੀ ਹੈ, ਜਿੱਥੇ ਹਉਮੈ ਨਮਸਕਾਰ ਕਰਦੀ ਹੈ, ਉੱਥੇ ਨਮਰਤਾ ਦਾ ਰੂਪ ਬਣ ਜਾਂਦੀ ਹੈ। ਔਰ ਜਿਸ ਮਨੁੱਖ ਦੇ ਅੰਦਰ ਪ੍ਰਭੂ ਦਾ ਇਹ ਦੇਵੀ ਗੁਣ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਉਹ ਗੁਨਾਹ ਦਾ ਖਜ਼ਾਨਾ ਜਿਸ ਮਨੁੱਖ ਦੇ ਅੰਦਰ ਵਾਸ ਕਰ ਜਾਂਦਾ ਹੈ, ਉਹਦੇ ਲਈ ਆਪਣੇ ਜੀਵਨ ਦੀ ਕੋਈ ਹੋਂਦ ਨਹੀਂ ਰਹਿ ਜਾਂਦੀ। ਉਹ ਹਰ ਜਗ੍ਹਾ ਪ੍ਰਭੂ ਦੇ ਦਰਸ਼ਨ ਕਰਦਾ ਹੈ, ਹਰ ਮਨੁੱਖ ਵਿੱਚ, ਹਰ ਪੂਰੀ ਕਾਇਨਾਤ ਵਿੱਚ ਉਸ ਕਾਦਰ ਦੇ ਦਰਸ਼ਨ ਕਰਦਾ ਹੈ। ਤੇ ਉਹ ਸੰਗਤ ਵੀ ਉਹੀ ਲੋਚਦਾ ਹੈ ਜਿਹੜੇ ਉਸਦੇ ਪਿਆਰੇ ਦੇ ਦਰਸ਼ਨ ਕਰਾਏ, ਜਿਹੜੇ ਉਹਦੇ ਪਿਆਰੇ ਨਾਲ ਪਿਆਰ ਬਣਾਏ। ਸੰਗਤ ਵੀ ਉਹੀ ਲੋਚਦਾ ਹੈ। ਤਦੀ ਕਬੀਰ ਸਾਹਿਬ 9ਵੇਂ ਸ਼ਲੋਕ ਵਿੱਚ ਫਿਰ ਇੱਕ ਵਾਰ ਪਹਿਲੇ ਸਮਝਾਉਂਦੇ ਨੇ, ਦ੍ਰਿੜ ਕਰਾਉਂਦੇ ਨੇ, ਫਿਰ ਤੋਂ ਇੱਕ ਵਾਰ ਚੇਤਾਵਨੀ ਦਿੰਦੇ ਨੇ ਕਿ ਉਸ ਹਉਮੈ ਨੂੰ ਮਾਰ ਦੇਣਾ ਚਾਹੀਦਾ ਹੈ, ਕਿਉਂਕਿ ਉਸ ਹਉਮੈ ਦੇ ਮਰਨ ਨਾਲ ਹੀ ਅੰਦਰ ਆਤਮਕ ਸੁੱਖ ਦੀ ਤਵੱਸਾ ਹੋਏਗਾ। ਦੁਨਿਆਵੀ ਤੌਰ ਤੇ ਵੀ ਵਡਿਆਈਆਂ ਮਿਲਣਗੀਆਂ ਤੇ ਉਸਦੇ ਦਰਗਾਹ ਤੇ ਵੀ ਵਡਿਆਈਆਂ ਮਿਲਣਗੀਆਂ। ਫਿਰ 10ਵੇਂ ਸ਼ਲੋਕ ਵਿੱਚ ਸਾਡੇ ਤੇ ਬਖਸ਼ਿਸ਼ ਕਰਦਿਆਂ ਹੋਇਆ ਸਾਨੂੰ ਉਹ ਪਹਿਲੂ ਵੀ ਸਮਝਾਉਂਦੇ ਨੇ ਜਿਹੜਾ ਸਾਡੇ ਜੀਵਨ ਦਾ ਕਾਲਾ ਪਹਿਲੂ ਹੈ।
ਜਿਹੜਾ ਪ੍ਰਭੂ ਤੋਂ ਸਾਡੀ ਦੂਰੀ ਬਣਾਉਂਦਾ ਹੈ, ਜਿਹੜਾ ਪ੍ਰਭੂ ਤੋਂ ਸਾਨੂੰ ਦੂਰ ਕਰਦਾ ਹੈ ਔਰ ਵਿਕਾਰਾਂ ਦੇ ਵਿੱਚ ਸਾਨੂੰ ਗ੍ਰਸਤ ਕਰਦਾ ਹੈ, ਔਰ ਫਿਰ ਜੀਵਨ ਫਿਟਕਾਰਨ ਯੋਗ ਹੋ ਜਾਂਦਾ ਹੈ। ਉਸ ਪਹਿਲੂ ਨਾਲ ਵੀ ਸਾਡੀ ਵਾਕਫੀਅਤ ਕਰਾ ਦਿੰਦੇ ਨੇ, ਕਿਉਂਕਿ ਉਸ ਪਹਿਲੂ ਨੂੰ ਨਾ ਸਮਝੇ ਬਿਨਾ ਜਿਹੜਾ ਪਹਿਲਾ 8ਵਾਂ 9 पहले 4 श्लोक में समझ नहीं आ सकते। कंट्रास्ट दिता कबीर साहब ने, कमाल साढ़े ते बख्शिश की, कमाल कबीर साहब ते कमाल पिता जिन्होंने इन मोतियां नू एक माला विच उस तरतीब नाल परोया कि मनुख अंदरों पूरी तरह मनुख अंदर पूरी तरह जागृति आ जाए। पर नाल ही कंडीशन वही है कि जब तक मत विच जवाहर मन जे एक गुर की, जब तक सिक्ख्या नहीं अंदर, जब तक अंदर अरदासिया जुगत नहीं तैयार होनी, अंदर झोली फैलाने वाली जुगत नहीं तैयार होनी, जब तक हो मुआ वाली अवस्था नहीं आनी, तब तक वो आनंद नहीं आना, तब तक ये बानी की समझ भी नहीं आनी, वो गुण अंदर पैदा नहीं। गुरु पिता बख्शिश करन, और रल मिलके झोली फैलाइए, और रल मिलके अरदास करिए। गुरु पिता जानी जान रल मिलके अरदास करिए कि बहाना छड्डन अपने दर करदा कुकर बनाई रखना, निक्का भुल्ला होई जाने, असीम भुल्ला होई जाने, अनजान बच्चे जान के बख्श लें। आओ मिलके अरदास करिए, गुरा एक देह बुझाई सबना जिया का एक दाता, सो महर सरना जाई इन्नी को अरदास भुल्ला चुका दी खिमा। आओ गज वज के गुरु दी प्यारी फतेह दी सांझ पाइए। वाहिगुरु जी का खालसा, वाहिगुरु जी की फतेह। बहुत बहुत धन्यवाद वीर चरणजीत सिंह जी, और जिन्हें बड़े विस्तार देना